ਉਹਨੇ ਸਾਨੂੰ ਕਿਹਾ ਵੀ ਤੁਸੀਂ ਜਿਹੜੀ ਗੱਡੀ ਲੈਣਾ ਚਾਹੁੰਦੇ ਹੋ ਉਹਦੀ ਅਮਾਊਂਟ ਜ਼ਿਆਦਾ ਹੈ, ਤੁਸੀਂ ਪੇਮੈਂਟ ਤੁਹਾਨੂੰ ਵੱਧ ਕਰਨੀ ਪੈਣੀ ਹੈ। ਅਸੀਂ ਉਹਨੂੰ 75,000 ਰੁਪਇਆ 2/7/2021 ਨੂੰ ਦੇ ਦਿੰਦੇ ਹਾਂ। ਇੱਥੇ ਆਉਂਦੇ ਤਾਂ ਇਹਨਾਂ ਨਾਲ ਗੱਲ ਕਰਦੇ ਆ ਵੀ ਇਹ ਗੱਡੀ ਸਾਡੀ ਬੁੱਕ ਸੀ। ਉਹ ਕਹਿੰਦੇ ਤੁਹਾਡੀ ਬੁਕਿੰਗ ਕੈਂਸਲ ਕਰ ਦਿੱਤੀ ਗਈ ਹੈ। ਕੀ ਕਾਰਨ ਆ? ਉਹ ਕਹਿੰਦੇ ਵੀ ਜਿਹੜੇ ਬੰਦੇ ਨੂੰ ਤੁਸੀਂ ਪੈਸੇ ਦਿੱਤੇ ਸੀ ਉਹ ਬੰਦਾ ਪੈਸੇ ਲੈ ਕੇ ਭੱਜ ਚੁੱਕਿਆ। ਰਿਟਰਨ 'ਚ ਸਾਨੂੰ ਦੇ ਦਿਓ ਜੀ, ਅਸੀਂ 30 ਤਰੀਕ ਨੂੰ ਪੇਮੈਂਟ ਕਰ ਦਾਂਗੇ। ਤੇ ਮੈਂ ਕਿਹਾ ਜੀ ਜੇ ਤੁਹਾਡਾ ਬੰਦਾ ਕਹਿ ਦੇਵੇ ਜੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ, ਤੁਸੀਂ ਸਾਡੇ ਤੇ ਮੁਕੱਦਮਾ ਦੇਵੇ, ਸਾਡੇ ਪੈਸੇ ਮਿੱਟੀ। ਇਹਨਾਂ ਕੋਲ ਕੋਈ ਜਵਾਬ ਨਹੀਂ ਸੀ ਜੀ। ਡੀਲ ਉਹ ਕਰਦਾ, ਪੇਮੈਂਟ ਲੈਣ ਉਹ ਆਉਂਦਾ, ਸਾਰਾ ਕੁਝ ਉਹ ਕਰਦਾ। 20 ਦਿਨ ਇੱਥੇ ਰਹਿ ਵੀ ਜਾਂਦਾ, ਇਹਨਾਂ ਨੂੰ ਫੇਰ ਨਹੀਂ ਪਤਾ ਲੱਗਦਾ ਵੀ ਸਾਡੇ ਨਾਲ ਜਾਂ ਇਹਨਾਂ ਨਾਲ ਹੋ ਰਿਹਾ ਜਾਂ ਸਾਡੇ ਨਾਲ ਹੋ ਰਿਹਾ ਜਾਂ ਇਹ ਸਾਰੇ ਰਲੇ ਹੋਏ ਨੇ। ਉਹ ਜੀ ਮੇਨ ਚੀਜ਼ ਇਹ ਹੈਗੀ ਹੈ ਕਿ ਉਹਨਾਂ ਦਾ ਕੈਸ਼ ਸਾਡੇ ਕੋਲ ਡਿਪੋਜ਼ਿਟ ਨਹੀਂ ਹੈ ਤੇ ਕੈਸ਼ ਉਹਨਾਂ ਨੇ ਇਹ ਕਿਹਾ ਕਿ ਆਪਣੀ ਫੈਕਟਰੀ ਦੇ ਵਿੱਚ ਉਹਨਾਂ ਨੇ ਸਾਡੇ EMPLOYE ਨੂੰ ਦਿੱਤਾ। ਕੈਸ਼ੀਅਰ ਕਾਊਂਟਰ ਦੇ ਉੱਤੇ ਉਹ ਕੈਸ਼ ਜਮ੍ਹਾਂ ਨਹੀਂ ਹੋਇਆ। ਬੁਕਿੰਗ ਫਾਰਮ ਹੈ ਜੀ ਉਹਨਾਂ ਕੋਲ, ਬੁਕਿੰਗ ਫਾਰਮ ਯਾਨੀ ਗੱਡੀ ਦੀ ਡਿਟੇਲ ਉਹਦੇ ਉੱਤੇ ਹੈ ਪਰ ਕੈਸ਼ ਦੀ ਰਸੀਦ ਨਹੀਂ ਹੈ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਸ਼ੇਰਪੁਰ ਚੌਂਕ ਦੇ ਸਾਹਮਣੇ ਕੀਆ ਮੋਟਰਸ ਤੇ ਅਸੀਂ ਮੌਜੂਦ ਹਾਂ। ਅੱਜ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਤੁਸੀਂ ਇੱਕ ਵਾਰੀ ਕਨਫਿਊਜ਼ ਹੋ ਗਏ ਹੋਗੇ ਵੀ ਇੱਥੇ ਕਿਉਂ ਖੜੇ ਆ, ਤਾਂ ਤੁਹਾਨੂੰ ਦੱਸ ਦਈਏ ਵੀ ਇੱਥੇ ਰਸ਼ਪਾਲ ਸਿੰਘ ਦੇ ਨਾਂ ਤੇ ਇੱਕ ਗੱਡੀ ਬੁੱਕ ਕੀਤੀ ਗਈ ਸੀ ਪਰ ਹਜੇ ਤੱਕ ਉਹਨਾਂ ਨੂੰ ਗੱਡੀ ਨਹੀਂ ਮਿਲੀ। ਇਸ ਦੇ ਪਿੱਛੇ ਕੀ ਕਾਰਨ ਹੈ, ਹੁਣ ਇਹਨਾਂ ਨਾਲ ਹੀ ਗੱਲਬਾਤ ਕਰ ਲੈਂਦੇ ਆ। ਕੀ ਹੋਇਆ? ਗੱਡੀ ਬੁੱਕ ਕਰਾਈ, ਬਾਅਦ 'ਚੋਂ ਹਜੇ ਤੱਕ ਗੱਡੀ ਨਹੀਂ ਮਿਲਦੀ। ਕੀ ਪੂਰਾ ਵਾਕਿਆ ਕੀ? ਹੱਥ 'ਚ ਪਰਚੇ ਵੀ ਬਹੁਤ ਫੜੇ ਹੋਏ। ਪਰਚੇ ਜੀ ਇਹ ਗੱਲ ਉਹ ਕਹਿ ਦਈਏ ਨਾ ਵੀ ਪਹਿਲਾਂ ਵੀ ਕਿਸੇ ਨੇ ਕੀਆ ਬਾਰੇ ਪਾਇਆ ਸੀ, ਕੀਆ ਤੂਨੇ ਕਿਆ ਕੀਆ। ਕੀਆ ਨੇ ਸਾਡੇ ਨਾਲ ਵੀ ਇਹੋ ਜਿਹਾ ਕੁਝ ਹੀ ਕੀਆ ਫਿਰ। ਤੇ ਹੁਣ ਸਾਡੇ ਕੋਲੋਂ ਠੱਗੀ ਮਾਰ ਕੇ ਅਸੀਂ ਇੱਥੇ 30 ਤਰੀਕ ਨੂੰ ਵਿਜ਼ਿਟ ਕਰਦੇ ਹਾਂ ਜੀ। ਗੱਡੀ ਸਾਨੂੰ ਸੈਲਟਸ ਕੀਆ ਪਸੰਦ ਆਉਂਦੀ ਆ, ਅਸੀਂ ਬੁੱਕ ਕਰਾ ਦਿੰਦੇ ਹਾਂ 25,000 ਰੁਪਏ ਦੇ ਕੇ। ਗੱਡੀ ਪਸੰਦ ਆਈ, ਬੁੱਕ ਕਰਾਤੀ। ਉਸ ਤੋਂ ਬਾਅਦ ਚਲੋ ਆਪਸ ਵਿੱਚ ਘਰੇ ਸਲਾਹ ਹੁੰਦੀ ਹੈ ਵੀ ਅਸੀਂ ਉੱਤੇ ਵਾਲਾ ਮਾਡਲ ਲੈਣਾ, ਤਾਂ ਅਸੀਂ ਏਜੰਸੀ ਫੋਨ ਕਰਦੇ ਹਾਂ। ਇਹ ਸਾਨੂੰ ਕਹਿੰਦੇ ਵੀ ਅਸੀਂ ਤੁਹਾਡੇ ਕੋਲੇ ਲੜਕਾ ਭੇਜ ਰਹੇ ਹਾਂ, ਜਿਹੜੀ ਤੁਹਾਨੂੰ ਮਾਡਲ ਪਸੰਦ ਆ ਤਾਂ ਦੱਸ ਦਿਓ, ਨਹੀਂ ਤਾਂ ਤੁਸੀਂ ਵਿਜ਼ਿਟ ਕਰ ਲਓ, ਨਹੀਂ ਤਾਂ ਲੜਕਾ ਆ ਜਾਂਦਾ। ਚਲੋ ਲੜਕਾ ਆ ਗਿਆ। ਉਹਨੇ ਸਾਨੂੰ ਕਿਹਾ ਵੀ ਤੁਸੀਂ ਜਿਹੜੀ ਗੱਡੀ ਲੈਣਾ ਚਾਹੁੰਦੇ ਹੋ ਉਹਦੀ ਅਮਾਊਂਟ ਜ਼ਿਆਦਾ ਹੈ, ਤੁਸੀਂ ਪੇਮੈਂਟ ਤੁਹਾਨੂੰ ਵੱਧ ਕਰਨੀ ਪੈਣੀ ਹੈ। ਅਸੀਂ ਪੇਮੈਂਟ ਚਲੋ ਕੋਈ ਗੱਲ ਨਹੀਂ, ਪੇਮੈਂਟ ਲੈ ਲਓ, ਪੇਮੈਂਟ ਤਾਂ ਪਹਿਲਾਂ ਵੀ ਦੇਣੀ ਹੈ ਬਾਅਦ 'ਚ ਵੀ। ਅਸੀਂ ਉਹਨੂੰ 75,000 ਰੁਪਇਆ 2/7/2021 ਨੂੰ ਦੇ ਦਿੰਦੇ ਹਾਂ। ਚਲੋ ਉਹ ਸਾਨੂੰ ਰਸੀਦ ਦੇ ਜਾਂਦਾ, ਉਹਦੀ ਰਸੀਦ ਮੇਰੇ ਹੱਥ 'ਚ ਆ, ਮੈਂ ਤੁਹਾਨੂੰ ਬਾਅਦ 'ਚ ਦਿਖਾ ਦਿੰਦਾ। ਉਸ ਤੋਂ ਬਾਅਦ ਉਹਨਾਂ ਦੀ ਫੇਰ ਕਾਲ ਆਉਂਦੀ ਹੈ ਵੀ ਪੇਮੈਂਟ ਹੋਰ ਕਰਾਉਣੀ ਚਾਹੁੰਦੇ ਤਾਂ ਕਰਾ ਲਓ, ਵੀ ਤੁਹਾਨੂੰ ਗੱਡੀ ਜਲਦੀ ਮਿਲ ਜੂਗੀ ਜੇ ਤੁਸੀਂ ਪੇਮੈਂਟ ਜ਼ਿਆਦਾ ਦਿੰਦੇ ਹੋ ਤਾਂ। ਉਸ ਤੋਂ ਬਾਅਦ ਫੇਰ 55,000 ਰੁਪਇਆ 19 ਤਰੀਕ ਨੂੰ 19/7 ਨੂੰ ਸਾਡੇ ਤੋਂ ਲੈ ਜਾਂਦੇ ਆ। ਚਲੋ ਅਸੀਂ ਉਹਦਾ ਸਟੇਟਸ ਪਤਾ ਕਰਨ ਲਈ ਅੱਜ ਇੱਥੇ ਆਉਂਦੇ ਹਾਂ ਵੀ ਸਾਡੀ ਗੱਡੀ ਕਿੱਥੇ ਆ ਤੇ ਕਿੰਨਾ ਟਾਈਮ ਲੱਗੂਗਾ ਉਹਨੂੰ ਬੁੱਕ ਸਾਨੂੰ ਮਿਲਣ ਨੂੰ। ਅਸੀਂ ਆਉਂਦੇ ਹਾਂ ਤੇ ਇੱਥੇ ਆਉਂਦੇ ਤਾਂ ਇਹਨਾਂ ਨਾਲ ਗੱਲ ਕਰਦੇ ਆ ਵੀ ਇਹ ਗੱਡੀ ਸਾਡੀ ਬੁੱਕ ਸੀ। ਉਹ ਕਹਿੰਦੇ ਤੁਹਾਡੀ ਬੁਕਿੰਗ ਕੈਂਸਲ ਕਰ ਦਿੱਤੀ ਗਈ ਆ। ਅਸੀਂ ਕਿਹਾ ਬੁਕਿੰਗ ਕੈਂਸਲ ਕਰ ਦਿੱਤੀ ਗਈ ਆ, ਕੀ ਕਾਰਨ ਆ? ਉਹ ਕਹਿੰਦੇ ਵੀ ਜਿਹੜੇ ਬੰਦੇ ਨੂੰ ਤੁਸੀਂ ਪੈਸੇ ਦਿੱਤੇ ਸੀ ਉਹ ਬੰਦਾ ਪੈਸੇ ਲੈ ਕੇ ਭੱਜ ਚੁੱਕਿਆ। ਮੈਂ ਕਿਹਾ ਅਸੀਂ ਬੰਦੇ ਨੂੰ ਤਾਂ ਕਿਸੇ ਨੂੰ ਪੈਸੇ ਨਹੀਂ ਦਿੱਤੇ, ਅਸੀਂ ਤਾਂ ਕੀਆ ਨੂੰ ਪੈਸੇ ਦਿੱਤੇ ਆ। ਕੀਆ ਦੀਆਂ ਰਸੀਦਾਂ ਸਾਡੇ ਕੋਲੇ, ਸਾਨੂੰ ਕੋਈ ਸੈਟੀਸਫਾਈ ਨਹੀਂ ਕਰ ਪਾਉਂਦੇ। ਉਹ ਇੱਕ ਗੱਲ ਦੂਜੇ ਦੇ ਸਿਰ ਸਿੱਟਦਾ, ਦੂਜਾ ਤੀਜੇ ਸਿੱਟ, ਇੱਕ ਮੈਨੇਜਰ ਆ ਗਿਆ, ਦੂਜਾ ਆ ਗਿਆ, ਤੀਜਾ ਕੋਈ ਹੋਰ, ਇੱਦਾਂ ਕੁਛ ਆਉਂਦੇ ਰਹਿੰਦੇ ਆ। ਚਲੋ ਅਸੀਂ 3-4 ਘੰਟੇ ਵੇਟ ਕੀਤੀ, ਬਹਿ ਗਏ, ਫਿਰ ਗੱਲ ਕੀਤੀ। ਕਹਿੰਦੇ ਜੀ ਉਹ ਚਲੇ ਗਿਆ ਪਰ ਉਹ 3 ਤਰੀਕ ਦਾ ਸਾਨੂੰ ਟਾਈਮ ਦੇ ਕੇ ਗਏ ਆ ਵੀ ਉਹ ਜੇ ਪੇਮੈਂਟ ਦੇ ਜਾਣਗੇ ਸਾਨੂੰ ਤਾਂ ਅਸੀਂ ਤੁਹਾਨੂੰ ਪੇਮੈਂਟ ਦੇ ਦਿਆਂਗੇ। ਮੈਂ ਕਿਹਾ ਜੀ ਅਸੀਂ ਪੇਮੈਂਟ ਤੁਹਾਨੂੰ ਦਿੱਤੀ ਹੈ, ਇਹ ਕੀਆ ਨੂੰ, ਅਸੀਂ ਕਿਸੇ ਬੰਦੇ ਨੂੰ ਨਹੀਂ ਦਿੱਤੀ, ਆਮ ਆਦਰ ਬੰਦੇ ਨੂੰ ਦਿੱਤੀ ਨਹੀਂ। ਅਸੀਂ ਗੱਡੀ ਬੁੱਕ ਕਰਾਈ ਆ, ਕਿਸੇ ਨੂੰ ਉੱਦਾਂ ਨਹੀਂ ਪੈਸੇ ਦਿੱਤੇ। ਮਤਲਬ ਕਹਿੰਦੇ ਵੀ ਜਿਨ੍ਹਾਂ ਨੂੰ ਤੁਸੀਂ ਪੈਸੇ ਦਿੱਤੇ ਸੀ ਉਹ ਸਾਨੂੰ ਪੈਸੇ ਦੇ ਕੇ ਜਾਣਗੇ, ਫੇਰ ਗੱਡੀ ਦੇਵਾਂਗੇ। ਬਿਲਕੁਲ, ਤਾਂ ਪੈਸੇ ਦੇਵਾਂਗੇ, ਗੱਡੀ ਵੀ ਨਹੀਂ ਦੇਵਾਂਗੇ। ਗੱਡੀ ਤਾਂ ਕਹਿੰਦੇ ਤੁਹਾਡੀ ਕੈਂਸਲ ਕਰ ਦਿੱਤੀ ਗਈ ਆ ਬੁਕਿੰਗ। ਜੇ ਉਹ ਪੈਸੇ ਦੇ ਕੇ ਜਾਂਦਾ, ਬੰਦੇ ਪੈਸੇ ਦੇ ਕੇ ਜਾਂਦੇ ਆ, ਜਿਹੜਾ ਇਹਨਾਂ ਦਾ EMPLOYE ਸੀਗਾ, ਤਾਂ ਤੁਹਾਨੂੰ ਪੈਸੇ ਦੇਵਾਂਗੇ। ਹੁਣ ਇਹਦੇ ਵਿੱਚ ਸਾਡਾ ਕਸੂਰ ਕਿੱਥੇ ਹੈ ਜੀ? ਅਸੀਂ ਰਸੀਦਾਂ ਲਈਆਂ, ਕੀਆ ਦੀਆਂ ਰਸੀਦਾਂ ਨੇ, ਕੋਈ ਬੰਦੇ ਦੇ ਨਾਂ ਦੀ ਰਸੀਦ ਨਹੀਂ ਉਹਨਾਂ ਦੇ। ਕੀਆ ਦੇ ਨਾਂ 'ਤੇ ਬੁਕਿੰਗ ਕੀਤੀ ਆ, ਕੀਆ ਗੱਡੀ ਲੈਣੀ ਆ, ਕੀਆ ਦੀ ਏਜੰਸੀ 'ਚ ਖੜੇ ਆ, ਇੱਥੇ ਪੈਸੇ ਦਿੱਤੇ ਨੇ। ਹੁਣ ਸਾਡਾ ਕਸੂਰ ਕਿੱਥੇ ਆ? ਹੁਣ ਕੱਲ੍ਹ ਨੂੰ ਅਸੀਂ ਕਿਹਨੂੰ ਪੈਸੇ ਦੇ ਸਕਦੇ ਆਪਾਂ? ਮੈਂ ਅਵੇਅਰ ਕਰਦਾ, ਮੈਂ ਮੀਡੀਆ ਦੇ ਜ਼ਰੀਏ ਬਹੁਤ ਬਹੁਤ ਧੰਨਵਾਦ ਆ ਮੈਂ ਡੇਲੀ ਪੋਸਟ ਦਾ, ਜਿਨ੍ਹਾਂ ਨੇ ਸਾਨੂੰ ਬਹੁਤ ਇਹ ਆਸ ਆ ਵੀ ਸਾਨੂੰ ਇਨਸਾਫ ਮਿਲੂਗਾ, ਮੀਡੀਆ ਜ਼ਰੀਏ ਮਿਲੂਗਾ। ਪੁਲਿਸ ਪ੍ਰਸ਼ਾਸਨ ਦਾ ਮਦਦ ਵੀ ਲਵਾਂਗੇ ਜੇ ਲੈਣੀ ਪਈ। ਫਿਲਹਾਲ ਸਾਨੂੰ ਮੀਡੀਆ ਦੇ ਆਸ ਆ ਵੀ ਸਾਡੇ ਨਾਲ ਹੋਊਗਾ, ਜੋ ਹੋਊਗਾ
ਚੰਗਾ ਹੋਊ। ਪਰ ਮੈਂ ਅਵੇਅਰਨੈਸ ਇਹ ਲੋਕਾਂ ਨੂੰ ਕਰਨੀ ਚਾਹੁੰਦਾ ਵੀ ਇਹ ਠੱਗੀਆਂ ਜਿਹੜੀਆਂ ਵੱਜ ਰਹੀਆਂ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਆਪਾਂ ਆਪ ਦੇਖਣਾ। ਇਹਨਾਂ ਨੇ ਕੁਝ ਨਹੀਂ ਕਰਨਾ, ਇਹਨਾਂ ਨੇ ਠੱਗੀਆਂ ਹੀ ਮਾਰਨੀਆਂ। ਐਡੀ ਵੱਡੀ ਲਿਮਟਿਡ ਫਰਮ ਜੇ ਠੱਗੀ ਮਾਰ ਸਕਦੀ ਆ, ਹੁਣ ਦੱਸੋ ਜੀ ਤੁਸੀਂ ਆਪ ਵੀ ਇਹਦੇ ਵਿੱਚ ਜ਼ਿੰਮੇਵਾਰ ਕੌਣ ਆ? ਉਹ ਬੰਦੇ ਨੂੰ ਅਸੀਂ ਲੱਭਾਂਗੇ ਕਿ ਅਸੀਂ ਕੀਆ ਮੋਟਰ ਕੋਲੇ ਜਾਵਾਂਗੇ ਆਪਣੇ ਪੈਸਿਆਂ ਦੀ ਮੰਗ ਕਰਨ ਵਾਸਤੇ ਜਾਂ ਆਪਣੀ ਗੱਡੀ ਦੀ ਮੰਗ ਕਰਨ ਵਾਸਤੇ? ਸੋ ਮੈਂ ਇਹ ਕਹਿਣਾ ਤੁਹਾਡੇ ਚੈਨਲ ਜਰੀਏ ਵੀ ਇੰਨੀ ਠੱਗੀਆਂ ਵੱਜ ਰਹੀਆਂ, ਇਹਨਾਂ ਤੋਂ ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਆ। ਤੇ ਕੁਝ ਜਿੰਨਾ ਸਾਡੇ ਤੋਂ ਹੋ ਸਕਿਆ ਅਸੀਂ ਹੋਰ ਅੱਗੇ ਵੀ ਕਰਾਂਗੇ। ਸਾਡਾ ਇਹ ਹੈ ਜੀ, ਜੇ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਸੋਮਵਾਰ ਤੋਂ ਇਹਨਾਂ ਦੇ ਗੇਟ ਦੇ ਬਾਹਰ ਦਰੀਆਂ ਵਿਛਾ ਕੇ ਬੰਦ ਕਰ ਦੇਣਾ। ਸ਼ਾਂਤੀਪੂਰਵਕ ਕਵਾਂਗੇ ਜਿਹੜਾ ਆਉਂਦਾ ਜਾਂਦਾ ਭਾਈ ਇੱਥੇ ਠੱਗੀਆਂ ਵੱਜਦੀਆਂ, ਆਹ ਚੀਜ਼ ਤੋਂ ਬਚ ਜਾਓ। ਇੱਥੇ ਕੋਈ ਪਤਾ ਨਹੀਂ ਤੁਹਾਡੇ ਪੈਸੇ ਲੈ ਕੇ ਕਿਹੜਾ ਭੱਜ ਜੇ। ਜੇ ਤਾਂ ਤੁਹਾਨੂੰ ਉਦੋਂ ਹੀ ਚੀਜ਼ ਫੜਾਉਂਦੀ ਆ ਤਾਂ ਲੈ ਲਓ, ਨਹੀਂ ਤਾਂ ਬੁੱਕ ਕਰਨ ਵਾਲਾ ਕੋਈ ਹਿਸਾਬ ਨਹੀਂ। ਠੱਗੀਆਂ ਨਿਰੀਆਂ। ਮਾਡਲ ਕਿਹੜਾ ਬੁੱਕ ਕਰਾਇਆ ਸੀ ਤੇ ਬਾਅਦ ਚੋਂ ਚੇਂਜ ਕਿਹੜਾ ਕੀਤਾ? HTE ਸਰ ਮਾਡਲ ਬੁੱਕ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਚੇਂਜ ਕਰਵਾਇਆ HTK ਬੁੱਕ ਕਰਾਇਆ ਸੀ। ਉਹ ਸੈਲਟੋਸ HTK। ਉਹਦਾ ਸਾਨੂੰ ਅੱਜ ਪਤਾ ਲੱਗਿਆ ਵੀ ਇਹਨਾਂ ਨੇ ਗੱਡੀ ਕੈਨਸਲ ਕਰਤੀ ਸਾਡੀ। ਰਿਟਰਨ 'ਚ ਵੀ ਕਿਸੇ ਚੀਜ਼ ਵੀ ਰਿਟਰਨ 'ਚ ਵੀ ਐਡੀ ਵੱਡੀ ਕੰਪਨੀ ਆ ਦਾਦਾ ਮੋਟਰ, ਨਾਮੀ ਕੰਪਨੀ ਆ, ਨਾਮੀ ਇਹ ਕੰਪਨੀ ਦੇ ਇਸ਼ੂਜ਼ ਨੇ। ਇਹਨਾਂ ਕੋਲ ਬੜੀ ਛੋਟੀ ਜੀ ਗੱਲ ਕਰਕੇ ਆਪਣਾ ਪੱਲਾ ਛਾੜ ਲਿਆ ਜੀ। ਮੈਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਮੈਂ ਕਿਹਾ ਤੁਸੀਂ ਸਰ ਰਿਟਰਨ 'ਚ ਸਾਨੂੰ ਦੇ ਦਿਓ ਜੀ, ਅਸੀਂ 30 ਤਰੀਕ ਨੂੰ ਪੇਮੈਂਟ ਕਰ ਦਾਂਗੇ। ਤੇ ਮੈਂ ਕਿਹਾ ਜੀ ਜੇ ਤੁਹਾਡਾ ਬੰਦਾ ਕਹਿ ਦੇਵੇ ਜੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ, ਤੁਸੀਂ ਸਾਡੇ ਤੇ ਮੁਕੱਦਮਾ ਦੇਵੇ, ਸਾਡੇ ਪੈਸੇ ਮਿੱਟੀ। ਇਹਨਾਂ ਕੋਲ ਕੋਈ ਜਵਾਬ ਨਹੀਂ ਸੀ ਜੀ। ਕੁੱਲ ਮਿਲਾ ਕੇ ਇਹਨਾਂ ਨੇ ਠੱਗੀ ਦਾ ਜ਼ਰੀਆ ਬਣਾ ਲਿਆ ਤੇ ਇਹਨਾਂ ਨੇ ਇਹ ਸਾਡੇ ਪੈਸੇ ਇਹਨਾਂ ਨੇ ਦੇਣੇ ਨਹੀਂ। ਅਸੀਂ ਸ਼ਾਂਤਮਈ ਢੰਗ ਨਾਲ ਸੋਮਵਾਰ ਨੂੰ ਬਹਿ ਕੇ ਅਵੇਅਰ ਕਰਾਂਗੇ, ਲੋਕਾਂ ਨੂੰ ਵੀ ਕਰਾਂਗੇ ਤਰੀਕੇ ਨਾਲ ਮੀਡੀਆ ਦੇ ਰਾਹੀਂ, ਤਾਂ ਕਿ ਸਾਡੀ ਆਵਾਜ਼ ਕੋਨੇ-ਕੋਨੇ ਤੱਕ ਜਾ ਸਕੇ। ਇਹਨਾਂ ਨਾਲ ਕਾਫੀ ਦੇਰ ਦੇ ਅੰਦਰ ਗੱਲਾਂ ਪਤਾ ਚੱਲ ਰਹੀਆਂ ਸੀ, ਕੀ ਕਹਿੰਦੇ ਕੀ ਤੁਹਾਨੂੰ? ਮੈਂ ਕਹਿੰਦੇ ਇਹ ਹੈ ਜੀ ਵੀ ਸਾਡੇ ਕੋਲੇ ਉਹਨਾਂ ਦੇ ਫਾਦਰ ਸਾਹਿਬ ਆਏ ਸੀ ਜਾਂ ਫੈਮਿਲੀ ਮੈਂਬਰ ਆਏ ਸੀ ਉਹ ਮੁੰਡੇ ਦੇ, ਵੀ ਉਹ ਕਹਿ ਕੇ ਗਏ ਆ ਵੀ 3 ਤਰੀਕ ਨੂੰ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਆਵਾਂਗੇ ਜਾਂ ਪੈਸੇ ਦੇਣ ਆਵਾਂਗੇ। ਜੇ ਉਹ ਦੇ ਜਾਂਦੇ ਆ ਤਾਂ ਤੁਹਾਨੂੰ ਦੇ ਦਿਆਂਗੇ, ਨਹੀਂ ਤਾਂ ਨਹੀਂ। ਹੁਣ ਅਸੀਂ ਪੈਸੇ ਉਹਨੂੰ ਨਹੀਂ ਨਾ ਦਿੱਤੇ ਜੀ। ਅਸੀਂ ਤਾਂ ਇਹਦੇ ਨਾਲ ਬਾਰ-ਬਾਰ ਇਹ ਗੱਲ ਕਰਦੇ ਆ, ਅਸੀਂ ਪੈਸੇ ਦਿੱਤੇ ਆ ਕੀਆ ਮੋਟਰ ਨੂੰ, ਅਸੀਂ ਕੀਆ ਤੋਂ ਲੈਂਦਾਰ ਆ। ਸਾਡੀ ਮਾਲਕ ਨਾਲ ਗੱਲ ਕਰਾਓ, ਸਾਨੂੰ ਇੱਕ ਪਾਸੇ ਕਰੋ ਵੀ ਦੇਣੇ ਆ ਕਿ ਨਹੀਂ ਦੇਣੇ। ਇਹ ਤਾਂ ਨਾ ਦੇਣ ਵਾਲੇ ਪਾਸੇ ਸਿੱਧੇ ਹੀ ਕਹੀ ਜਾਂਦੇ ਵੀ ਜੇ ਉਹ ਦਊਗਾ ਤਾਂ ਦੇਵਾਂਗੇ, ਨਹੀਂ ਤਾਂ ਅਸੀਂ ਨਹੀਂ ਦੇਣੇ। ਹੁਣ ਅਸੀਂ ਕਿੱਥੇ ਸਟੈਂਡ ਕਰਦੇ ਆ? ਅਸੀਂ ਤਾਂ ਮੀਡੀਆ ਜਰੀਏ ਆਪਣਾ ਜ਼ੋਰ ਲਾ ਸਕਦੇ ਆ। ਬਹੁਤ ਧੰਨਵਾਦ ਕਰਦੇ ਆ ਤੁਹਾਡਾ ਵੀ ਤੁਸੀਂ ਸਾਡੀ ਆਵਾਜ਼ ਚੱਕੀ ਆ, ਨਹੀਂ ਤਾਂ ਇਹ ਨਹੀਂ ਸਾਡੇ ਹੱਥ ਪੱਲਾ ਫੜਾਉਂਦੇ ਜੀ ਕੁਛ। ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਪਹਿਲਾਂ ਤਾਂ ਜੀ ਦੇਖੋ ਆ ਸਾਡੇ ਫਾਰਮ ਨੇ ਜਿਹੜੀਆਂ ਰਸੀਦਾਂ ਨੇ, ਆਹ ਦੇਖੋ ਜੀ, ਆਹ ਦੇਖੋ ਜੀ, ਦੂਜੀ ਆਹ ਦੇਖੋ ਜੀ, ਆਹ ਬੁਕਿੰਗ, ਠੀਕ ਹੈ ਜੀ। ਇਹਨਾਂ ਦੇ ਅੰਦਰ ਇਹਨਾਂ ਦੇ ਮੈਨੇਜਰ ਨੇ ਜਿਹੜੇ, ਉਹ ਕਹਿ ਰਹੇ ਆ, ਪਹਿਲਾਂ ਤਾਂ ਕਹਿ ਰਹੇ ਅਸੀਂ ਪੈਸੇ ਦੇਣੇ ਨਹੀਂ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਦਾ ਮੈਨੇਜਰ ਜਦੋਂ ਅਸੀਂ ਸਾਰੇ ਚਲੇ ਗਏ ਅੰਦਰ, ਉਹ ਕਹਿ ਰਿਹਾ ਹਾਂਜੀ ਹਾਂਜੀ ਅਸੀਂ ਤਾਂ ਕਿਹਾ ਹੀ ਨਹੀਂ ਜੀ ਦੇਣੇ ਹੀ ਨਹੀਂ, ਅਸੀਂ ਪੈਸੇ ਦੇਣੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਕਹਿ ਰਿਹਾ ਵੀ ਸਾਨੂੰ 3 ਤਰੀਕ ਤੱਕ ਦਾ ਟਾਈਮ ਦੇ ਦਿਓ। ਪਹਿਲਾਂ ਕਹਿ ਰਿਹਾ ਦੇਣੇ ਨਹੀਂ, ਫਿਰ ਕਹਿ ਰਿਹਾ 3 ਤਰੀਕ ਤੱਕ ਦਾ ਟਾਈਮ ਦੇ ਦਿਓ, ਠੀਕ ਹੈ ਜੀ। ਚਲੋ ਅਸੀਂ ਕਿਹਾ ਕੋਈ ਚੱਕਰ ਨਹੀਂ, ਅਸੀਂ ਟਾਈਮ ਵੀ ਦੇ ਦਿੰਦੇ ਹਾਂ। ਟਾਈਮ ਦੇਤਾ, ਕੋਈ ਚੱਕਰ ਨਹੀਂ। ਪਰ ਅਸੀਂ ਕਿਹਾ ਸਾਨੂੰ ਤੁਸੀਂ ਰਿਟਰਨ 'ਚ ਦੇ ਦਿਓ ਵੀ ਅਸੀਂ ਤੁਹਾਨੂੰ 3 ਤਰੀਕ ਨੂੰ ਪੇਮੈਂਟ ਦੇ ਦਾਂਗੇ, ਠੀਕ ਹੈ ਜੀ। ਰਿਟਰਨ 'ਚ ਵੀ ਨਹੀਂ ਦੇਣਾ। ਤੇ ਉਸ ਤੋਂ ਬਾਅਦ ਕਹਿ ਰਿਹਾ, ਅਸੀਂ ਕਿਹਾ ਚਲੋ ਠੀਕ ਆ 3 ਤਰੀਕ ਤੱਕ ਤੁਹਾਨੂੰ ਟਾਈਮ ਦੇ ਦਿੰਦੇ ਆ, ਕੋਈ ਇਸ਼ੂ ਨਹੀਂ ਹੈਗਾ। 3 ਤਰੀਕ ਤੱਕ ਟਾਈਮ ਦੇਤਾ। ਅਸੀਂ ਕਿਹਾ ਇਨ ਕੇਸ ਸਾਨੂੰ 3 ਤਰੀਕ ਨੂੰ ਪੇਮੈਂਟ ਨਹੀਂ ਮਿਲਦੀ, ਫਿਰ ਕੋਈ ਜਵਾਬ ਹੀ ਨਹੀਂ। ਫਿਰ ਅਸੀਂ ਪੁਲਿਸ ਨਾਲ ਗੱਲ ਕਰਾਂਗੇ, ਫਿਰ ਅਸੀਂ ਉਹਨਾਂ ਕਰਾਂਗੇ। ਇਹ ਗੱਲ ਥੋੜੀ ਨਾ ਹੁੰਦੀ ਹੈ ਜੀ। ਬੰਦਾ ਜਿਹਨੂੰ ਪੈਸੇ ਦਿੱਤੇ ਆਫੀਸ਼ੀਅਲੀ ਕੀਆ ਮੋਟਰਸ ਦਾ ਹੀ ਸੀ ਜਾਂ ਕੋਈ ਪ੍ਰਾਈਵੇਟ ਸੀਗਾ? ਕੀਆ ਮੋਟਰ ਦਾ ਜੀ, ਉਹ ਕੀਆ ਮੋਟਰ ਵਾਲੇ ਆਪ ਵੀ ਮੰਨਦੇ ਨੇ, ਇਹ ਮੰਨਦੇ ਨੇ। ਹੁਣ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸ ਦਿਆਂ, ਇਹ ਕਹਿ ਰਹੇ ਆ ਵੀ ਉਹਨੇ ਜਿਹੜਾ ਆਫ ਕੀਤਾ ਇੱਥੋਂ ਕੰਮ ਛੱਡ ਕੇ ਗਿਆ, ਉਹ 20 ਤਰੀਕ ਨੂੰ ਗਿਆ, ਆ 20 ਤਰੀਕ ਨੂੰ 7ਵੇਂ ਮਹੀਨੇ ਦੀ 20 ਤਰੀਕ ਨੂੰ। ਪਰ ਬੁੱਕ ਕਰਾਈ ਆ ਜਿਹੜੀ, ਉਹ ਕਰਾਈ ਆ 6ਵੇਂ ਮਹੀਨੇ ਦੀ 30 ਤਰੀਕ ਨੂੰ। ਮਤਲਬ ਸਾਡੇ ਬੁੱਕ ਕਰਾਉਣ ਤੋਂ 20 ਦਿਨਾਂ ਬਾਅਦ ਉਹ ਛੱਡ ਕੇ ਜਾਂਦਾ। ਡੀਲ ਉਹ ਕਰਦਾ, ਪੇਮੈਂਟ ਲੈਣ ਉਹ ਆਉਂਦਾ, ਸਾਰਾ ਕੁਝ ਉਹ ਕਰਦਾ। 20 ਦਿਨ ਇੱਥੇ ਰਹਿ ਵੀ ਜਾਂਦਾ। ਇਹਨਾਂ ਨੂੰ ਫੇਰ ਨਹੀਂ ਪਤਾ ਲੱਗਦਾ ਵੀ ਸਾਡੇ ਨਾਲ ਜਾਂ ਇਹਨਾਂ ਨਾਲ ਹੋ ਰਿਹਾ ਜਾਂ ਸਾਡੇ ਨਾਲ ਹੋ ਰਿਹਾ, ਜਾਂ ਇਹ ਸਾਰੇ ਰਲੇ ਹੋਏ ਨੇ। 20 ਦਿਨ ਇਹਦੇ ਕੋਲ ਰਸੀਦ ਬੁੱਕ ਰਹਿੰਦੀ ਹੈ, ਰਸੀਦਾਂ ਕੱਟ ਕੇ ਦੇਈ ਜਾਂਦਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਬੰਦਾ ਜੇ ਇਹ ਕਹਿੰਦੇ ਵੀ ਉਹ ਗਲਤ ਆ ਕੱਲਾ, ਤਾਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਰਸੀਦਾਂ ਕੱਟ ਕਿਵੇਂ ਦੇਈ ਜਾਂਦਾ। 20 ਦਿਨ ਤੁਸੀਂ ਪੈਸੇ, ਤੁਹਾਨੂੰ ਪਤਾ ਹੀ ਨਹੀਂ ਵੀ ਪੈਸੇ ਆਏ ਹੋਏ ਆ, ਕਿੱਥੇ ਜਾਣੇ ਆ ਉਹ, ਤੇ ਤੁਹਾਡੇ ਕੋਲ ਪਹੁੰਚੇ ਨਹੀਂ ਹੈਗੇ। ਇਹ ਸਭ ਰਲੇ ਹੋਏ ਨੇ ਜੀ। ਪਤਾ ਨਹੀਂ ਕਿਹੜਾ ਨਿਕਲਣਾ ਇਹਨਾਂ ਦੇ ਵਿੱਚੋਂ, ਜਿਹੜਾ ਨਾਲ ਖਾਂਦਾ ਹੋਊਗਾ। ਇਹ ਅੱਜ ਮੈਂ ਤੁਹਾਨੂੰ ਗੱਲ ਕਹਿਣਾ, ਅੱਜ ਅਸੀਂ ਖੜੇ ਆ, ਆਹ ਤੁਹਾਡੇ ਵਾਲੀ ਵੀਡੀਓ ਦੇਖ ਕੇ ਇੱਥੇ ਕਿੰਨੇ ਖੜਨਗੇ ਇਹ ਸੋਮਵਾਰ ਨੂੰ ਪਤਾ ਲੱਗੂ ਵੀ ਹੋਰ ਕਿਹੜਾ ਆਉਂਦਾ ਇੱਥੇ ਜਿਨ੍ਹਾਂ ਨਾਲ ਠੱਗੀ ਵੱਜੀ ਹੈ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਦੇਖਿਆ ਗਿਆ ਅੱਜ ਕੀ ਤੁਹਾਡੇ ਸ਼ੋਰੂਮ ਦੇ ਬਾਹਰ ਹੰਗਾਮਾ ਹੋਇਆ, ਹਾਂਜੀ। ਔਰ ਕਸਟਮਰ ਨੇ ਕਿਹਾ ਕਿ ਤੁਹਾਡੇ ਉੱਤੇ ਆਰੋਪ ਲੱਗੇ ਆ ਕਿ ਤੁਸੀਂ ਪੈਸੇ ਰੱਖ ਲਏ ਉਹਨਾਂ ਦੇ, ਕੀ ਮਾਮਲਾ ਕੀ ਹੈ ਜੀ? ਦੇਖੋ ਜੀ, ਉਹਦੇ ਵਿੱਚ ਇਸ ਤਰ੍ਹਾਂ ਹੈਗਾ ਵੈ ਕਿ ਅਸੀਂ ਹਮੇਸ਼ਾ
ਜਿਹੜੀ ਇਲੈਕਟ੍ਰੋਨਿਕ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਤੇ ਚੈੱਕ ਦੇ ਥਰੂ ਜਾਂ ਡੀਡੀ ਦੇ ਥਰੂ ਜਿਹੜੀ ਪੇਮੈਂਟ ਹੁੰਦੀ ਹੈ ਉਸ ਨੂੰ ਹੀ ਅਸੀਂ ਪ੍ਰਮੋਟ ਕਰਦੇ ਹਾਂ। ਹਰ ਤਰੀਕੇ ਦੇ ਨਾਲ ਅਸੀਂ ਮੈਸੇਜ ਵੀ ਕਰਦੇ ਹਾਂ, ਪ੍ਰਾਈਸ ਲਿਸਟ ਦੇ ਉੱਤੇ ਅਸੀਂ ਸਟੈਂਪ ਵੀ ਲਗਾ ਕੇ ਰੱਖਦੇ ਹਾਂ ਕਿ ਜੀ ਤੁਸੀਂ ਜੇ ਕੈਸ਼ ਜਮ੍ਹਾਂ ਕਰਵਾਉਣਾ ਹੈ ਤਾਂ ਸਿਰਫ ਕੈਸ਼ੀਅਰ ਕਾਊਂਟਰ ਦੇ ਉੱਤੇ ਹੀ ਕੈਸ਼ ਜਮ੍ਹਾਂ ਕਰਵਾਓ ਜੋ ਸ਼ੋਰੂਮ ਦੇ ਅੰਦਰ ਹੈ। ਜੇ ਉਸ ਤੋਂ ਇਲਾਵਾ ਤੁਸੀਂ ਪੇਮੈਂਟ ਕਰਨੀ ਹੈ ਤਾਂ ਇਲੈਕਟ੍ਰੋਨਿਕ ਮੋਡ ਦੇ ਥਰੂ ਸਾਨੂੰ ਪੇਮੈਂਟ ਕਰੋ, RTGS ਕਰੋ, NEFT ਕਰੋ, ਚੈੱਕ ਦਿਓ, DD ਦਿਓ ਜਾਂ ਕਿਸੇ ਵੀ ਤਰੀਕੇ ਦਾ ਇਲੈਕਟ੍ਰੋਨਿਕ ਟ੍ਰਾਂਜੈਕਸ਼ਨ ਕਰੋ। ਮੈਂ ਉੱਥੇ ਹੀ ਆ ਰਿਹਾ ਜੀ। ਹੁਣ ਸਾਨੂੰ ਪਤਾ ਚੱਲਿਆ, ਜਿਵੇਂ ਤੁਸੀਂ ਆਏ ਹੋ ਉਸ ਤੋਂ ਪਹਿਲੇ ਹੀ ਸਾਨੂੰ ਪਤਾ ਚੱਲਿਆ ਕਿ ਜੈਂਟਲਮੈਨ ਆਏ ਸਾਡੇ ਕੋਲ, ਉਹ ਕਹਿੰਦੇ ਜੀ ਅਸੀਂ ਗੱਡੀ ਨਹੀਂ ਲੈਣੀ, ਤੁਸੀਂ ਸਾਨੂੰ ਸਾਡੀ ਬੁਕਿੰਗ ਅਮਾਊਂਟ ਰਿਫੰਡ ਕਰ ਦਿਓ। ਜਦੋਂ ਅਸੀਂ ਚੈੱਕ ਕੀਤਾ ਤਾਂ ਸਾਡੇ ਕੋਲ ਉਹਨਾਂ ਦੀ ਬੁਕਿੰਗ ਅਮਾਊਂਟ ਨਹੀਂ ਸੀਗੀ, ਸਾਡੇ ਕੋਲ ਕੋਈ ਕੈਸ਼ ਡਿਪੋਜ਼ਿਟ ਨਹੀਂ ਹੋਇਆ। ਜਦੋਂ ਉਹਨਾਂ ਤੋਂ ਵੈਰੀਫਿਕੇਸ਼ਨ ਕੀਤੀ ਕਿ ਕੈਸ਼ ਜੇ ਤੁਸੀਂ ਦਿੱਤਾ ਹੈਗਾ ਤਾਂ ਕਿੱਥੇ ਦਿੱਤਾ ਹੈਗਾ ਵਾ, ਤੇ ਉਹਨਾਂ ਨੇ ਕਿਹਾ ਕਿ ਸਾਡੇ ਕਿਸੇ EMPLOYEE ਨੂੰ ਜਦੋਂ ਟੈਸਟ ਰਾਈਡ ਦੇ ਲਈ ਗੱਡੀ ਉਹਨਾਂ ਨੇ ਮੰਗਵਾਈ ਸੀਗੀ ਉਦੋਂ ਆਪਣੀ ਫੈਕਟਰੀ ਦੇ ਵਿੱਚ ਉਹਨਾਂ ਨੇ ਕੈਸ਼ ਉਹਨਾਂ ਨੂੰ ਦਿੱਤਾ। ਉਹ ਕੈਸ਼ ਉਸ ਬੰਦੇ ਨੇ ਸਾਡੇ ਕੋਲ ਡਿਪੋਜ਼ਿਟ ਨਹੀਂ ਕਰਵਾਇਆ, ਉਹ ਫਰਾਡ ਕਰ ਗਿਆ, ਉਹ ਹੁਣ ਨਾਨ ਟ੍ਰੇਸੇਬਲ ਹੈ। ਪਰ ਉਹ ਤਾਂ ਕਹਿ ਰਿਹਾ ਸੀ ਗੱਡੀ ਦਾ ਮਾਡਲ ਬਦਲਣਾ, ਗੱਡੀ ਐ ਨਹੀਂ ਇਸ ਤਰ੍ਹਾਂ ਦਾ ਮਾਡਲ ਵੱਡਾ। ਦੇਖੋ ਜੀ, ਮੇਨ ਚੀਜ਼ ਇਹ ਹੈਗੀ ਹੈ ਕਿ ਉਹਨਾਂ ਦਾ ਕੈਸ਼ ਸਾਡੇ ਕੋਲ ਡਿਪੋਜ਼ਿਟ ਨਹੀਂ ਹੈ ਤੇ ਕੈਸ਼ ਉਹਨਾਂ ਨੇ ਇਹ ਕਿਹਾ ਕਿ ਆਪਣੀ ਫੈਕਟਰੀ ਦੇ ਵਿੱਚ ਉਹਨਾਂ ਨੇ ਸਾਡੇ EMPLOYEE ਨੂੰ ਦਿੱਤਾ। ਕੈਸ਼ੀਅਰ ਕਾਊਂਟਰ ਦੇ ਉੱਤੇ ਉਹ ਕੈਸ਼ ਜਮ੍ਹਾਂ ਨਹੀਂ ਹੋਇਆ। EMPLOYEE ਦੀ ਟ੍ਰੇਸਿੰਗ ਹੋਗੀ, ਕਿਹੜਾ EMPLOYEE ਆ, ਕੌਣ? ਉਹਦੇ ਵਿੱਚ ਹੁਣ ਜਿਵੇਂ ਹੀ ਇਹ ਸਾਨੂੰ ਪਤਾ ਚੱਲਿਆ ਹੈ, ਅਸੀਂ ਕੰਪਲੇਂਟ ਤਿਆਰ ਕਰ ਰਹੇ ਹਾਂ। ਕਮਿਸ਼ਨਰ ਸਾਹਿਬ ਨੂੰ ਅਸੀਂ ਕੰਪਲੇਂਟ ਦੇਵਾਂਗੇ, ਉਹਦੀ ਕਾਪੀ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਸੀਂ ਇਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਸਾਨੂੰ ਵੀ ਇੱਕ ਐਪਲੀਕੇਸ਼ਨ ਦਿਓ ਤਾਂ ਕਿ ਅਸੀਂ ਆਪਣੀ ਐਪਲੀਕੇਸ਼ਨ ਦੇ ਨਾਲ ਉਸ ਨੂੰ ਲਗਾ ਸਕੀਏ। ਫਿਰ ਉਹ ਜਿਹੜੀਆਂ ਰਿਸਿਪਟ ਦਿਖਾ ਰਹੇ ਨੇ ਉਹ ਰਿਸਿਪਟਸ ਕਿਹੜੀਆਂ ਨੇ? ਦੇਖੋ ਜੀ, ਹੁਣ ਜੇ ਕੋਈ ਬਾਹਰ ਆਪਣੀ ਫੈਕਟਰੀ ਦੇ ਵਿੱਚ ਕੈਸ਼ ਦੇ ਰਿਹਾ ਹੈ, ਉਹਨੂੰ ਉਧਰ ਕੀ ਪੇਪਰ ਦਿੱਤਾ ਜਾ ਰਿਹਾ ਹੈ, ਉਸ ਦੀ ਆਥੈਂਟੀਕੇਸ਼ਨ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਤੁਸੀਂ ਬੈਂਕ ਦੇ ਵਿੱਚ ਵੀ ਜਾਂਦੇ ਹੋ ਤਾਂ ਦੇਖਿਆ ਜਾਂਦਾ ਹੈ ਕਿ ਰਸੀਦ ਨੰਬਰ ਤਾਂ ਸੇਮ ਹੁੰਦਾ, ਤਾਂ ਰਸੀਦ ਨਹੀਂ, ਨੰਬਰ ਚੈੱਕ ਦੇਖੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਐਕਸਪਲੇਨ ਕਰਦਾ। ਤੁਸੀਂ ਰੇਲਵੇ ਸਟੇਸ਼ਨ ਤੇ ਜਾਂਦੇ ਹੋ, ਟਿਕਟ ਬੁੱਕ ਕਰਵਾਉਂਦੇ ਹੋ ਤੇ ਖਿੜਕੀ ਦੇ ਉੱਤੇ ਕੈਸ਼ ਦੇ ਕੇ ਨਾਲ ਦੀ ਨਾਲ ਟਿਕਟ ਲੈਂਦੇ ਹੋ, ਐਦਾਂ ਹੀ ਹੁੰਦਾ। ਜੇ ਅਸੀਂ ਰੇਲਵੇ ਤੇ ਕਿਸੇ EMPLOYEE ਨੂੰ ਆਪਣੇ ਘਰੇ ਬੁਲਾ ਕੇ ਪੈਸੇ ਦੇ ਕੇ ਟਿਕਟ ਦੀ ਉਮੀਦ ਕਰਾਂਗੇ ਤੇ ਤੁਹਾਨੂੰ ਲੱਗਦਾ ਹੈ ਕਿ ਉਹ ਟਿਕਟ ਇਸ਼ੂ ਹੋਏਗੀ ਜਾਂ ਨਹੀਂ ਹੋਏਗੀ? ਬੈਂਕ ਦੇ ਵਿੱਚ ਵੀ ਜਦੋਂ ਅਸੀਂ ਜਾਂਦੇ ਹਾਂ ਤੇ ਕੈਸ਼ੀਅਰ ਕਾਊਂਟਰ ਦੇ ਉੱਤੇ ਹੀ ਕੈਸ਼ ਜਮ੍ਹਾਂ ਕਰਵਾ ਕੇ ਆਪਣੀ ਪਾਸਬੁੱਕ 'ਚ ਐਂਟਰੀ ਕਰਵਾਉਂਦੇ ਹਾਂ। ਐਦਾਂ ਦਾ ਨਹੀਂ ਹੁੰਦਾ ਕਿ ਬੈਂਕ ਦੇ ਕਿਸੇ ਬੰਦੇ ਨੂੰ ਬਾਹਰ ਬੁਲਾ ਕੇ ਅਸੀਂ ਕੈਸ਼ ਦੇ ਦਈਏ ਤੇ ਜਾ ਕੇ ਬੈਂਕ ਤੋਂ ਡਿਮਾਂਡ ਕਰੀਏ ਕਿ ਤੁਸੀਂ ਸਾਡੇ ਅਕਾਊਂਟ ਦੇ ਵਿੱਚ ਪੈਸਾ ਦਿਓ। ਕਸਟਮਰ ਸੈਟੀਸਫੈਕਸ਼ਨ ਕਿੱਦਾਂ ਹੋਊਗੀ? ਦੇਖੋ ਜੀ, ਕਸਟਮਰ ਸੈਟੀਸਫੈਕਸ਼ਨ ਇੱਕ ਅਲੱਗ ਇਸ਼ੂ ਹੈ। ਇਹ ਗੱਲ ਹੈ ਉਹਨਾਂ ਨੇ ਉੱਥੇ ਬੁਲਾ ਕੇ ਉਸਨੂੰ ਕੈਸ਼ ਦੇ ਦਿੱਤਾ ਤੇ ਸਾਡੇ ਕੋਲ ਕੈਸ਼ ਨਹੀਂ ਪਹੁੰਚਿਆ। ਹੁਣ ਇੱਥੇ ਕਸਟਮਰ ਸੈਟੀਸਫੈਕਸ਼ਨ ਨੂੰ ਵਿੱਚ ਮਿਲਾਣਾ ਮੈਨੂੰ ਨਹੀਂ ਲੱਗਦਾ ਇਹ ਸਹੀ ਗੱਲ ਹੈ। ਤੇ ਉਹ ਰਿਸਿਪਟ ਤੁਹਾਡੀਆਂ ਹੀ ਸੀਗੀਆਂ ਜਿਹੜੀਆਂ? ਨਹੀਂ, ਉਹ ਰਿਸਿਪਟ ਸਾਡੀ ਨਹੀਂ ਹੈ ਜੀ। ਬੁਕਿੰਗ ਫਾਰਮ ਜਦੋਂ ਤੁਸੀਂ ਗੱਡੀਆਂ ਤੁਸੀਂ ਖਰੀਦਦੇ ਹੋ, ਤੁਸੀਂ ਜਦੋਂ ਬੁਕਿੰਗ ਕਰਵਾਉਂਦੇ ਹੋ ਤੇ 2-3 ਤਰ੍ਹਾਂ ਦੇ ਡਾਕੂਮੈਂਟਸ ਹੁੰਦੇ ਨੇ। ਇੱਕ ਹੁੰਦਾ ਬੁਕਿੰਗ ਫਾਰਮ ਜਿਹਦੇ ਉੱਤੇ ਕਾਰ ਦੀ ਮਾਡਲ ਦੀ ਡਿਟੇਲ ਸਾਰਾ ਕੁਝ ਹੁੰਦਾ, ਉਸ ਦੇ ਨਾਲ ਕੈਸ਼ ਦੀ ਰਸੀਦ ਅਟੈਚ ਹੁੰਦੀ ਹੈ ਕਿ ਜੋ ਤੁਸੀਂ ਕੈਸ਼ ਦਿੱਤਾ। ਨਹੀਂ, ਕਹਿਣ ਦਾ ਮਤਲਬ ਇਹ ਹੈ ਕਿ ਉਹ ਬੁਕਿੰਗ ਫਾਰਮ ਹੀ ਹੈ ਉਹਨਾਂ ਕੋਲ, ਕੈਸ਼ ਦੀ ਰਸੀਪਟ ਨਹੀਂ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਹੁਣ ਰਸੀਦ ਦੀ ਗੱਲ ਕਰਦੇ ਆ ਕਿ ਉਸ ਬੰਦੇ ਨੇ ਵੀ ਰਸੀਦਾਂ ਨਕਲੀ ਪਾਈਆਂ ਹੋਈਆਂ ਜਾਂ ਇਸ ਤਰ੍ਹਾਂ ਕੀ? ਬੁਕਿੰਗ ਫਾਰਮ ਹੈ ਜੀ ਉਹਨਾਂ ਕੋਲ। ਬੁਕਿੰਗ ਫਾਰਮ ਯਾਨੀ ਗੱਡੀ ਦੀ ਡਿਟੇਲ ਉਹਦੇ ਉੱਤੇ ਹੈ ਪਰ ਕੈਸ਼ ਦੀ ਰਸੀਦ ਨਹੀਂ ਹੈ। ਜਿਵੇਂ ਤੁਸੀਂ ਗੱਡੀ ਖਰੀਦਦੇ ਹੋ, ਉਹਦੇ ਨਾਲ ਇੰਸ਼ੋਰੈਂਸ ਵੀ ਕਰਵਾਉਂਦੇ ਹੋ, ਗੱਡੀ ਦਾ ਬਿੱਲ ਤੁਹਾਨੂੰ ਦਿੱਤਾ ਜਾਂਦਾ ਹੈ। ਗੱਡੀ ਦਾ ਬਿੱਲ 15 ਲੱਖ ਦਾ ਤੁਹਾਡੇ ਕੋਲ ਆ ਗਿਆ, 15 ਲੱਖ ਤੁਸੀਂ ਸਾਨੂੰ ਦਿੱਤਾ, ਉਹਦੀ ਕੈਸ਼ ਦੀ ਰਸੀਦ ਵੀ ਤਾਂ ਅਸੀਂ ਦੇਵਾਂਗੇ ਜਾਂ ਚੈੱਕ ਦੀ ਰਸੀਦ ਦੇਵਾਂਗੇ। ਅਮਾਊਂਟ ਤੁਸੀਂ ਸਾਨੂੰ ਦਿੱਤੀ, ਉਹਦੀ ਰਸੀਦ ਵੀ ਤਾਂ ਹੁੰਦੀ ਹੈ ਨਾ। ਉਹ ਨਹੀਂ ਹੈ ਉਹਨਾਂ ਕੋਲ, ਉਹ ਰਸੀਦ ਨਹੀਂ ਹੈ। ਜਿਹੜੀ ਤੁਸੀਂ ਬੁਕਿੰਗ ਫਾਰਮ ਕਹਿ ਰਹੇ ਹੋ ਨਾ, ਉਹਦੇ ਬੁਕਿੰਗ ਫਾਰਮ ਦੇ ਥੱਲੇ ਲਿਖਿਆ ਹੈ ਰਸੀਦ, ਕੈਸ਼ ਰਸੀਦ। ਉਸ ਬੁਕਿੰਗ ਫਾਰਮ ਦੇ ਥੱਲੇ ਅਸੀਂ ਕਲੀਅਰਲੀ ਮੈਂਸ਼ਨ ਕੀਤਾ ਹੋਇਆ ਹੈ, ਆ ਤੁਸੀਂ ਦੇਖ ਸਕਦੇ ਹੋ, ਪਲੀਜ਼ ਡਿਪੋਜ਼ਿਟ ਆਲ ਪੇਮੈਂਟ ਦਿਖਾ ਦਿਓ, ਰਿਸੀਪਟਸ ਟੂ ਕੈਸ਼ੀਅਰ। ਦਿਖਾ ਦਿਓ। ਆ ਕੈਸ਼ੀਅਰ ਲਿਖਿਆ ਹੋਇਆ ਹੈ ਕਿ ਕੈਸ਼ੀਅਰ ਦੇ ਕੋਲ ਹੀ ਜਮ੍ਹਾਂ ਕਰਵਾਇਆ ਜਾਏ। ਅਸੀਂ ਪ੍ਰਿੰਟ ਕੀਤਾ ਹੋਇਆ। ਪਰ ਐਸੇ ਚ ਅਮਾਉਂਟ ਵੀ ਲਿਖੀ ਇਹ ਇਹਨਾਂ ਨੇ ਕੈਸ਼ੀਅਰ ਦੇ ਕੋਲ ਨਹੀਂ ਜਮ੍ਹਾਂ ਕਰਵਾਇਆ। ਜਿਹੜੇ ਉਹ ਕਾਗਜ਼ ਦਿਖਾ ਰਹੇ ਉਹ ਅਮਾਉਂਟ ਵੀ ਬਕਾਇਦਾ ਲਿਖੀ ਹੋਈ ਹੈ। ਦੇਖੋ ਜੀ, ਅਮਾਉਂਟ ਉਹਦੇ ਵਿੱਚ ਬੁਕਿੰਗ ਫਾਰਮ ਦੇ ਉੱਤੇ ਅਸੀਂ ਉਹ ਕੁਝ ਵੀ ਲਿਖਦੇ ਨੇ ਤੇ ਸਾਡੇ ਕੋਲ ਪੈਸਾ ਨਹੀਂ ਆਇਆ ਤੇ ਅਸੀਂ ਕਿਸ ਤਰ੍ਹਾਂ ਰਿਸਪੌਂਸਿਬਲ ਹੋ ਸਕਦੇ? ਨਹੀਂ, ਉਹ ਕਾਲਮ ਤਾਂ ਹੋਏਗਾ ਨਾ ਇਸ ਫਾਰਮ ਦੇ ਵਿੱਚ ਕਿ ਕਿੰਨੀ ਅਮਾਉਂਟ ਇਹ ਦੇ ਰਹੇ ਆ ਔਰ ਕਿੰਨੀ ਅਮਾਉਂਟ ਇਹ ਤੁਹਾਡੇ ਕੋਲ ਜਮ੍ਹਾਂ ਹੋ ਰਹੀ ਹੈ। ਇਹਦਾ ਕੋਈ ਕਾਲਮ ਵੀ ਹੋਏਗਾ ਕਿ ਕਿਸ ਤਰ੍ਹਾਂ? ਤਾਂ ਉਹਦੇ ਵਿੱਚ ਕਾਲਮ ਹੈ, ਉਹਦੇ ਵਿੱਚ ਦੱਸਿਆ ਹੋਇਆ ਹੈ ਕਿ ਅਮਾਉਂਟ ਕਿੰਨੀ ਜਮ੍ਹਾਂ ਹੋਈ ਹੈ, ਕੈਸ਼ ਦੇ ਵਿੱਚ ਹੋਈ ਹੈ ਤੇ ਉਹਦਾ ਰਸੀਦ ਨੰਬਰ ਵਗੈਰਾ ਹੈ ਜਾਂ ਨਹੀਂ ਹੈ। ਉਹ ਬੁਕਿੰਗ ਫਾਰਮ ਤੇ ਨਹੀਂ ਹੈ। ਹੁਣ ਕਸਟਮਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਕਹਿਣਾ ਚਾਹ ਰਹੇ ਹਾਂ ਕਿ ਅਸੀਂ ਜੋ EMPLOYEE ਸਾਡੇ ਕੋਲ ਹੁਣ ਅਵੇਲੇਬਲ ਨਹੀਂ ਹੈ, ਦੌੜ ਗਿਆ ਹੈ, ਅਸੀਂ ਉਹਦੇ ਖਿਲਾਫ ਕੰਪਲੇਂਟ ਕਰ ਰਹੇ ਹਾਂ ਪੁਲਿਸ ਨੂੰ
ਤੇ ਸਾਨੂੰ ਜੁਆਇਨ ਕਰਨ ਐਜ਼ ਅ ਪਾਰਟੀ, ਤੇ ਸਾਨੂੰ ਵੀ ਐਪਲੀਕੇਸ਼ਨ ਦੇਣ ਤੇ ਪੁਲਿਸ ਨੂੰ ਵੀ ਐਪਲੀਕੇਸ਼ਨ ਦੇਣ। ਉਹਨਾਂ ਨੇ ਇੱਕ ਇਹ ਵੀ ਗੱਲ ਕਹੀ ਹੈ ਵੀ ਉਹਨਾਂ ਕੋਲ ਵੀਡੀਓ ਵੀ ਹੈਗੀ ਪੈਸੇ ਦਿੰਦੇ ਆ ਬੰਦੇ ਨੂੰ। ਦੇਖੋ ਜੀ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਉਸ ਨੂੰ ਪੈਸੇ ਨਹੀਂ ਦਿੱਤੇ। ਮੈਂ ਇਹ ਤੁਹਾਨੂੰ ਸਪਸ਼ਟ ਕਿਹਾ ਹੈ ਕਿ ਉਹ ਸਾਡੇ ਕੋਲੋਂ ਐਬਸੈਂਟ ਹੈ, ਸਾਡੇ ਕੋਲ ਨਹੀਂ ਆ ਰਿਹਾ, ਸਾਡੇ ਵੱਲੋਂ ਉਹ ਐਬਸੈਂਟ ਸੀਗਾ ਤੇ ਹੁਣ ਉਹ ਨਹੀਂ ਆ ਰਿਹਾ ਤੇ ਇਹ ਕੇਸ ਆ ਗਿਆ ਤਾਂ ਜ਼ਾਹਿਰ ਜੀ ਗੱਲ ਹੈ ਕਿ ਉਹ ਵੱਲੋਂ ਵੀ ਹੁਣ ਕਾਰਵਾਈ ਕੀਤੀ ਜਾਊਗੀ। ਬਿਲਕੁਲ ਅਸੀਂ ਪੁਲਿਸ ਦੇ ਕੋਲ ਜਾ ਰਹੇ ਹਾਂ, ਐਪਲੀਕੇਸ਼ਨ ਤਿਆਰ ਹੋ ਰਹੀ ਹੈ। ਕਿਸ ਤਰ੍ਹਾਂ ਹੈ? ਹਾਂ, ਐਪਲੀਕੇਸ਼ਨ ਤਿਆਰ ਹੋ ਰਹੀ ਹੈ ਤੇ ਕੱਲ ਅਸੀਂ ਪੁਲਿਸ ਨੂੰ ਦੇਵਾਂਗੇ ਐਪਲੀਕੇਸ਼ਨ। ਦੇਖੋ, ਅੱਜ ਇਹ ਗੱਲ ਹੋ ਰਹੀ ਹੈ ਤਾਂ ਮੈਂ ਤੁਹਾਡੇ ਮੀਡੀਅਮ ਤੋਂ ਮੈਂ ਪਬਲਿਕਲੀ ਇਹ ਅਪੀਲ ਕਰਨਾ ਚਾਹ ਰਿਹਾ ਹਾਂ ਕਿ ਕਦੇ ਵੀ ਜੇ ਕੈਸ਼ ਦੀ ਟ੍ਰਾਂਜੈਕਸ਼ਨ ਹੈ ਉਹ ਜਿਹੜੀ ਐਸਟੈਬਲਿਸ਼ਮੈਂਟ ਦੇ ਬੇਸ ਦੇ ਉੱਤੇ ਹੋ ਰਹੀ ਹੈ ਜਾਂ ਜਿਹੜੀ ਐਸਟੈਬਲਿਸ਼ਮੈਂਟ ਦੇ ਨਾਲ ਹੋ ਰਹੀ ਹੈ ਉਸ ਦਾ ਆਫੀਸ਼ੀਅਲ ਕੈਸ਼ ਕਾਊਂਟਰ ਜਿੱਥੇ ਹੋਵੇ ਉੱਥੇ ਹੀ ਕੈਸ਼ ਜਮ੍ਹਾਂ ਕਰਵਾ ਕੇ ਨਾਲ ਦੀ ਨਾਲ ਰਸੀਦ ਲਿੱਤੀ ਜਾਵੇ। ਬਾਹਰ ਫੀਲਡ ਦੇ ਵਿੱਚ ਜੋ ਲੋਕ ਘੁੰਮ ਰਹੇ ਨੇ ਉਹਨਾਂ ਨੂੰ ਕੈਸ਼ ਨਾ ਦਿੱਤਾ ਜਾਵੇ ਬਿਲਕੁਲ ਵੀ। ਇਹ ਚਾਹੇ 1 ਰੁਪਏ ਦੀ ਗੱਲ ਹੋਵੇ ਚਾਹੇ ਲੱਖ ਰੁਪਏ ਦੀ ਗੱਲ ਹੋਵੇ, ਇਹ ਬਲੀਵ ਨਾ ਕੀਤਾ ਜਾਵੇ। ਸਿਰਫ ਉਸ ਐਸਟੈਬਲਿਸ਼ਮੈਂਟ ਦੇ ਕੈਸ਼ ਕਾਊਂਟਰ ਦੇ ਉੱਤੇ ਹੀ ਕੈਸ਼ ਜਮ੍ਹਾਂ ਕਰਵਾਇਆ ਜਾਏ। ਸਰ, ਜਿਹੜਾ ਤੁਸੀਂ ਕਹਿ ਰਹੇ ਹੋ ਦਵਾਈ ਹੁਣ ਐਬਸੈਂਟ ਹੈ ਤੁਹਾਡੇ ਕੋਲ ਇੱਕ ਇਹੀ ਨੋਟਿਸ ਆਇਆ, ਕੋਈ ਹੋਰ ਕੇਸ ਵੀ ਨੋਟਿਸ ਆਇਆ? ਦੇਖੋ ਜੀ, ਅੱਜ ਇਸ ਦੀ ਗੱਲ ਹੋ ਰਹੀ ਹੈ ਤੇ ਉਸ ਤੋਂ ਬਾਅਦ ਕੀ ਹੋਏਗਾ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ।